जन्म सर्टिफिकेट तो लैके मरण सर्टिफिकेट तक टैक्स भरते हैं। गड्डी खरीदते हैं तो रोड टैक्स भरते हैं, गड्डी चलाते हैं तो टोल टैक्स भरते हैं, खाण पीन कपड़े लीड़े जो भी आप समान खरीदते हैं हर चीज़ ते आप टैक्स भरते हैं। ਉਹਦੇ बदले सानू लोगों को की मिलिया लगभग 3 ਲੱਖ ਕਰੋੜ ਦਾ ਕਰਜ਼ਾ। ਅਸੀਂ ਐਤਕੀ ਮੁਫਤਖੋਰੀ ਲਈ ਰਾਜਨੀਤੀ ਨਹੀਂ ਹੋਣ ਦੇਣੀ। ਅਸੀਂ ਇਹਨਾਂ ਸਾਰੇ ਪੋਲੀਟੀਕਲ ਪਾਰਟੀਆਂ ਨੂੰ ਪੁੱਛਾਂਗੇ ਤੁਹਾਡੇ ਕੋਲ ਏਜੰਡਾ ਕੀ ਹੈ, ਤੁਹਾਡੇ ਕੋਲ ਪਾਲਿਸੀਜ਼ ਕੀ ਹੈ, ਤੁਹਾਡੇ ਕੋਲ ਨੀਤੀਆਂ ਕੀ ਹੈ ਜਿਹਦੇ ਨਾਲ ਤੁਸੀਂ ਸਾਡੀ ਜ਼ਿੰਦਗੀ ਨੂੰ ਠੀਕ ਕਰ ਸਕੋ। ਕੇਜਰੀਵਾਲ ਸਾਹਿਬ ਨੇ ਐਲਾਨ ਕੀਤਾ ਕਿ 18 ਸਾਲ ਦੇ ਉੱਪਰ ਔਰਤਾਂ ਨੂੰ ਅਸੀਂ ਹਰ ਮਹੀਨੇ 1000 ਰੁਪਏ ਦੇਵਾਂਗੇ। ਤੁਸੀਂ ਕਿਹੜਾ ਇਮੇਜ ਬਣਾ ਰਹੇ ਹੋ ਸਾਡੇ ਪੰਜਾਬ ਦਾ? ਇਹ ਜਿਹੜੀ ਕੌਮ ਆ ਨਾ ਇਹਨਾਂ ਨੇ ਆਜ਼ਾਦੀ ਦਵਾਈ ਹੈ। ਜਦੋਂ ਵੀ ਦੇਸ਼ ਤੇ ਸੰਕਟ ਆਇਆ ਨਾ ਤੇ ਇਸ ਕੌਮ ਨੇ ਮੂਹਰੇ ਹੋ ਕੇ ਲੜਾਈ ਲੜੀ ਆ। ਸਿੱਧੂ ਸਾਹਿਬ ਨੇ ਨਾ ਆਪਣੀ ਟਵੀਟ 'ਚ ਇੱਕ ਲਾਈਨਾਂ ਲਿਖੀ ਹੈ ਜਿਹੜੀ ਕਿ ਕੇਜਰੀਵਾਲ ਸਾਹਿਬ ਤੇ ਪੂਰੀ ਢੁਕਦੀ ਹੈ ਕਿ ਜਿਨਕੇ ਘਰ ਸ਼ੀਸ਼ੇ ਕੇ ਉੱਤੇ ਹੈ ਨਾ ਉਹ ਦੂਸਰੋਂ ਕੇ ਘਰ 'ਤੇ ਪੱਥਰ ਨਹੀਂ ਮਾਰਦੇ। ਇਹ ਕੇਜਰੀਵਾਲ ਸਾਹਿਬ ਨੂੰ ਕਲੈਰੀਫਾਈ ਕਰਨਾ ਚਾਹੀਦਾ ਕਿ ਤੁਹਾਡੇ ਮੰਤਰੀ ਮੰਡਲ 'ਚ ਕੋਈ ਔਰਤ ਹੈਗੀ ਹੈ ਮੰਤਰੀ? ਦੱਸੋ। ਸਿੱਧੂ ਸਾਹਿਬ ਦੀ ਜਿਹੜੀ ਪਾਲਿਸੀਜ਼ ਹੈ ਨਾ ਉਹ ਅਗਲੀ ਜਨਰੇਸ਼ਨ ਲਈ ਹੈ ਕਿ ਅਸੀਂ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਕਿਵੇਂ ਬਚਾਉਣਾ। ਜਿਹੜੇ ਬਾਕੀ ਲੀਡਰ ਹੈ ਨਾ ਇਹਨਾਂ ਦੀ ਨੀਤੀ ਬਸ ਇੱਥੇ ਖਤਮ ਹੋ ਜਾਂਦੀ ਹੈ ਕਿ ਅਸੀਂ ਕੁਰਸੀ ਨੂੰ ਕਿਵੇਂ ਲੈਣੀ ਹੈ, ਸੱਤਾ ਕਿਵੇਂ ਲੈਣੀ ਹੈ। ਤੇ ਅਸੀਂ ਉਸ ਬੰਦੇ ਨਾਲ ਜੁੜਾਂਗੇ, ਉਸ ਲੀਡਰ ਨਾਲ ਜੁੜਾਂਗੇ ਜਿਹੜਾ ਅਗਲੀ ਜਨਰੇਸ਼ਨ ਲਈ ਪਰਵਾਹ ਕਰ ਰਿਹਾ। ਹੁਣ ਵੀ ਜਦੋਂ ਪੰਜਾਬ ਦੇ ਇਸ਼ੂ ਚੱਕਣੇ ਆ ਦਿੱਲੀ ਆ ਕੇ ਬੰਦੇ ਇਸ਼ੂ ਚੱਕਦੇ ਆ। ਕਿਉਂ? ਪੰਜਾਬ ਦੀ ਲੀਡਰਸ਼ਿਪ 'ਚ ਕਾਬਲੀਅਤ ਨਹੀਂ। ਇਹ ਕਲੈਰੀਫਾਈ ਕਰਨ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਕਿ ਅਸੀਂ ਪੰਜਾਬ ਦੀ ਲੀਡਰਸ਼ਿਪ ਨੂੰ ਪ੍ਰਮੋਟ ਨਹੀਂ ਕਰਨਾ ਚਾਹੁੰਦੇ ਜਾਂ ਪੰਜਾਬ ਦੀ ਲੀਡਰਸ਼ਿਪ ਨੂੰ ਯੋਗ ਨਹੀਂ ਸਮਝਦੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਕਿਹਾ ਕਿ ਅਸੀਂ 10 ਲੱਖ ਦਾ ਲੋਨ ਦੇਵਾਂਗੇ ਕਿ ਜਿਹੜੇ ਨੌਜਵਾਨਾਂ ਨੇ ਬਾਹਰ ਜਾ ਕੇ ਪੜ੍ਹਨਾ। ਮਤਲਬ ਇਹਨਾਂ ਦੀ ਮਨਸ਼ਾ ਕਲੀਅਰ ਹੋ ਗਈ ਨਾ। ਇਹ ਆਪ ਚਾਹੁੰਦੇ ਨੇ ਕਿ ਨੌਜਵਾਨ ਇਸ ਧਰਤੀ ਤੇ ਨਾ ਰਵੇ। E9 ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਹਾਂ ਜਗਦੀਸ਼ ਸੰਧੂ। ਅੱਜ ਦੇ ਇਸ ਖਾਸ ਲਾਈਵ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਸਾਰੇ ਸਿਆਸੀ ਮੁੱਦਿਆਂ ਬਾਰੇ ਜਿਹੜੇ ਨੌਜਵਾਨਾਂ ਨੂੰ ਪ੍ਰਭਾਵਿਤ ਕਰਦੇ ਨੇ। 2022 ਦੀਆਂ ਵਿਧਾਨ ਸਭਾ ਚੋਣਾਂ ਨਜ਼ਦੀਕ ਨੇ ਤੇ ਹੁਣ ਕਿਹੜੇ-ਕਿਹੜੇ ਮੁੱਦੇ ਨੇ ਜਿਹੜੇ ਇਸ ਸਮੇਂ ਰਾਜਨੀਤੀ ਦੇ ਵਿੱਚ, ਸਿਆਸਤ ਦੇ ਵਿੱਚ ਨੌਜਵਾਨਾਂ ਨੂੰ ਪ੍ਰਭਾਵਿਤ ਕਰ ਰਹੇ ਨੇ ਤੇ ਕਿਹੜੀਆਂ-ਕਿਹੜੀਆਂ ਗੱਲਾਂ ਨੇ ਜਿਨ੍ਹਾਂ ਦੇ ਉੱਤੇ ਲੈ ਕੇ ਸੂਬੇ ਦੇ ਵਿੱਚ ਸਿਆਸਤ ਕੀਤੀ ਜਾ ਰਹੀ ਹੈ। ਨੌਜਵਾਨ ਆਗੂ ਮੇਰੇ ਨਾਲ ਮੌਜੂਦ ਨੇ, ਪ੍ਰੋਫੈਸਰ ਕੋਮਲ ਗੁਰਨੂਰ। ਉਹਨਾਂ ਦੇ ਨਾਲ ਅੱਜ ਗੱਲਬਾਤ ਕਰਾਂਗੇ ਪੰਜਾਬ ਦੇ ਸਿਆਸੀ ਮਾਹੌਲ ਤੇ। ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪ੍ਰੋਫੈਸਰ ਗੁਰਨੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਅੱਜ ਸਭ ਤੋਂ ਪਹਿਲਾਂ ਜਿਹੜਾ ਸਵਾਲ ਉਹ ਕਰਨਾ ਚਾਹੂੰਗਾ ਨੌਜਵਾਨਾਂ ਦੀਆਂ ਜੋ ਸਿਆਸਤ ਦੇ ਵਿੱਚ ਇਸ ਸਮੇਂ ਜੋ ਨੌਜਵਾਨਾਂ ਦੀਆਂ ਸਮੱਸਿਆਵਾਂ ਨੇ ਜਾਂ ਕਿਹਨਾਂ ਗੱਲਾਂ ਨੂੰ ਲੈ ਕੇ ਨੌਜਵਾਨ ਸਿਆਸਤ ਕਰ ਰਹੇ ਨੇ। ਖਾਸ ਤੌਰ 'ਤੇ ਤੁਸੀਂ ਨੌਜਵਾਨੀ ਨੂੰ ਰਿਪਰੈਜ਼ੈਂਟ ਕਰਦੇ ਹੋ। ਤੁਹਾਡੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਸ਼ਾਇਦ 2-3 ਸਾਲ ਪਹਿਲਾਂ। ਪੰਜਾਬ ਦੇ ਸਿਰ ਜਿਹੜਾ ਕਰਜ਼ਾ ਚੜ੍ਹਿਆ ਹੈ ਉਹ ਮੁੱਦਾ ਬੜਾ ਵੱਡਾ ਸੀ ਜਿਹੜਾ ਤੁਸੀਂ ਚੁੱਕਿਆ। ਹੁਣ ਕਿਹੜੇ-ਕਿਹੜੇ ਮੁੱਦੇ ਨੇ ਇਸ ਟਾਈਮ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੜੀਆਂ ਨੌਜਵਾਨਾਂ ਨੂੰ ਪ੍ਰਭਾਵਿਤ ਕਰ ਰਹੇ ਨੇ ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਸਾਰੀ ਜੋ ਸਿਆਸਤ ਇਸ ਸਮੇਂ ਚੱਲ ਰਹੀ ਹੈ? ਜਗਦੀਸ਼ ਜੀ, ਜਿਹੜਾ ਕਿ ਸਭ ਤੋਂ ਵੱਡਾ ਮੁੱਦਾ ਹੈਗਾ ਇਸ ਵੇਲੇ ਪੰਜਾਬ ਦਾ, ਜਿਵੇਂ ਤੁਸੀਂ ਆਪਣੇ ਸਵਾਲ 'ਚ ਹੀ ਦੱਸਤਾ ਕਿ ਜਿਹੜਾ ਪੰਜਾਬ ਤੇ ਲਗਭਗ 3 ਲੱਖ ਕਰੋੜ ਦਾ ਕਰਜ਼ਾ ਚੜ੍ਹ ਚੁੱਕਾ ਹੈ। ਉਹ ਕਰਜ਼ਾ ਸਾਡੀ ਆਵਾਮ ਤੇ ਹੈ। ਅਸੀਂ ਤਾਂ ਹਰ ਚੀਜ਼ ਤੇ ਟੈਕਸ ਭਰਦੇ ਹਾਂ। ਜਨਮ ਸਰਟੀਫਿਕੇਟ ਤੋਂ ਲੈ ਕੇ ਮਰਨ ਸਰਟੀਫਿਕੇਟ ਤੱਕ ਟੈਕਸ ਭਰਦੇ ਹਾਂ। ਗੱਡੀ ਖਰੀਦਦੇ ਹਾਂ ਤਾਂ ਰੋਡ ਟੈਕਸ ਭਰਦੇ ਹਾਂ, ਗੱਡੀ ਚਲਾਉਂਦੇ ਹਾਂ ਤਾਂ ਟੋਲ ਟੈਕਸ ਭਰਦੇ ਹਾਂ, ਖਾਣ ਪੀਨ ਕੱਪੜੇ ਲੀੜੇ ਜੋ ਵੀ ਆਪਾਂ ਸਮਾਨ ਖਰੀਦਦੇ ਹਾਂ ਹਰ ਚੀਜ਼ ਤੇ ਆਪਾਂ ਟੈਕਸ ਭਰਦੇ ਹਾਂ। ਉਹਦੇ ਬਦਲੇ ਸਾਨੂੰ ਲੋਕਾਂ ਨੂੰ ਕੀ ਮਿਲਿਆ? ਲਗਭਗ 3 ਲੱਖ ਕਰੋੜ ਦਾ ਕਰਜ਼ਾ। ਤੇ ਇਹ ਕਿਹਦੀ ਦੇਣ ਹੈ? ਇਹ ਬੇਈਮਾਨ ਰਜਵਾੜੇ ਸਿਆਸਤਦਾਨਾਂ ਦੀ ਜਿਨ੍ਹਾਂ ਨੇ ਹੁਣ ਤੱਕ ਰਾਜ ਕੀਤਾ। ਪਰ ਹੁਣ ਅਸੀਂ ਨੌਜਵਾਨ ਬਦਲਾਵ ਲੈ ਕੇ ਆਵਾਂਗੇ, ਲੋਕਾਂ ਨੂੰ ਦੱਸਾਂਗੇ ਤੁਹਾਡੇ ਹੱਕ ਕੀ ਹੈ। ਦੇਖੋ ਨੌਜਵਾਨ ਅੱਜ ਕਿੰਨਾ ਨਿਰਾਸ਼ ਹੈ। ਲਗਭਗ ਹਰ ਸਾਲ 1.5 ਲੱਖ ਬੱਚਾ ਨੌਜਵਾਨ ਆਪਣਾ ਸੂਬਾ ਛੱਡ ਕੇ ਬਾਹਰਲੇ ਦੇਸ਼ਾਂ ਨੂੰ ਜਾ ਰਿਹਾ। ਕਿਉਂ ਜਾ ਰਿਹਾ? ਕਿਉਂਕਿ ਆਪਣੇ ਸਿਸਟਮ ਤੋਂ ਦੁਖੀ ਹੈ। ਉਹ ਕਹਿੰਦਾ ਮੈਂ ਡਿਗਰੀਆਂ ਹੱਥ 'ਚ ਲੈ ਕੇ ਦਰ ਤੇ ਠੋਕਰਾਂ ਖਾ ਰਿਹਾ ਪਰ ਮੈਨੂੰ ਨੌਕਰੀ ਨਹੀਂ ਮਿਲ ਰਹੀ। ਜੇ ਨੌਕਰੀ ਮਿਲਦੀ ਹੈ ਤਾਂ 5-6 ਹਜ਼ਾਰ ਦੀ ਨੌਕਰੀ ਮਿਲ ਰਹੀ ਹੈ। ਇਹ ਸਿਸਟਮ ਨੂੰ ਠੀਕ ਕਿੰਨੇ ਕਰਨਾ ਹੈ? ਇਹਨਾਂ ਪੋਲੀਟੀਕਲ ਪਾਰਟੀਜ਼ ਨੇ ਠੀਕ ਕਰਨਾ ਨਾ, ਸਰਕਾਰਾਂ ਨੇ ਠੀਕ ਕਰਨਾ। ਇਹਨਾਂ ਕੋਲ ਰੋਡ ਮੈਪ ਕੀ ਆ? ਅਸੀਂ ਐਤਕੀ ਮੁਫਤਖੋਰੀ ਲਈ ਰਾਜਨੀਤੀ ਨਹੀਂ ਹੋਣ ਦੇਣੀ। ਅਸੀਂ ਇਹਨਾਂ ਸਾਰੇ ਪੋਲੀਟੀਕਲ ਪਾਰਟੀਜ਼ ਨੂੰ ਪੁੱਛਾਂਗੇ ਤੁਹਾਡੇ ਕੋਲ ਏਜੰਡਾ ਕੀ ਹੈ, ਤੁਹਾਡੇ ਕੋਲ ਪਾਲਿਸੀਜ਼ ਕੀ ਹੈ, ਤੁਹਾਡੇ ਕੋਲ ਨੀਤੀਆਂ ਕੀ ਹੈ ਜਿਹਦੇ ਨਾਲ ਤੁਸੀਂ ਸਾਡੀ ਜ਼ਿੰਦਗੀ ਨੂੰ ਠੀਕ ਕਰ ਸਕੋ। ਇਸ ਵਾਰੀ ਜਿਹੜੇ ਰੋਡ ਮੈਪ ਦੀ ਤੁਸੀਂ ਗੱਲ ਕੀਤੀ ਆ, ਸਾਰੀਆਂ ਸਿਆਸੀ ਪਾਰਟੀਆਂ ਜਿਹੜੇ ਰੋਡ ਮੈਪ ਲੈ ਕੇ ਆ ਰਹੀਆਂ ਨੇ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ, ਚਾਹੇ ਉਹ ਕੇਜਰੀਵਾਲ ਸਾਹਿਬ ਦੀ ਆਮ ਆਦਮੀ ਪਾਰਟੀ ਹੋਵੇ ਜਾਂ ਪੰਜਾਬ ਕਾਂਗਰਸ ਹੋਵੇ, ਬੜੇ ਵੱਡੇ ਵਾਅਦੇ ਕੀਤੇ ਜਾ ਰਹੇ ਨੇ। ਖਾਸ ਤੌਰ 'ਤੇ ਕੇਜਰੀਵਾਲ ਉਹਨਾਂ ਵੱਲੋਂ ਕਿ
ਔਰਤਾਂ ਦਾ ਜਿਹੜਾ ਸਸ਼ਕਤੀਕਰਨ ਕਰਾਂਗੇ, 1000 ਰੁਪਇਆ ਦੇਵਾਂਗੇ, ਬਿਜਲੀ ਦੇ ਬਿੱਲ ਮਾਫ ਕਰਾਂਗੇ, ਹੋਰ ਬੜੇ ਤਰ੍ਹਾਂ ਦੇ ਵਾਅਦੇ ਕੇਜਰੀਵਾਲ ਸਾਹਿਬ ਕਰ ਰਹੇ ਨੇ। ਉਹੀ ਕੰਮ ਸੁਖਬੀਰ ਸਿੰਘ ਬਾਦਲ ਹੁਣੀ ਕਰ ਰਹੇ ਨੇ ਤੇ ਉਧਰ ਕਾਂਗਰਸ ਦੇ ਜਿਹੜੇ ਚੰਨੀ ਸਾਹਿਬ ਨੇ ਉਹ ਵੀ ਬੜੇ ਵੱਡੇ ਵੱਡੇ ਵਾਅਦੇ ਕਰ ਰਹੇ ਨੇ। ਸੋ ਤੁਸੀਂ ਕਿਵੇਂ ਦੇਖਦੇ ਹੋ ਇਹਨਾਂ ਵਾਅਦਿਆਂ ਨੂੰ, ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਜਿਹੜੀਆਂ ਸਰਕਾਰਾਂ ਪਿੱਛੇ ਰਹੀਆਂ ਨੇ ਉਹਨਾਂ ਨੇ ਬਹੁਤ ਵੱਡੇ ਵੱਡੇ ਵਾਅਦੇ ਪਿਛਲੇ ਟਾਈਮ 'ਚ ਕੀਤੇ ਸੀ ਪਰ ਉਹ ਵਾਅਦੇ ਵਫਾ ਨਹੀਂ ਹੋਏ। ਕੀ ਹੁਣ ਵੀ ਪੰਜਾਬ ਦੇ ਲੋਕਾਂ ਦੇ ਨਾਲ ਉਹੀ ਹਾਲ ਹੋਊ ਜੋ ਪਿਛਲੇ ਸਮਿਆਂ ਦੌਰਾਨ ਹੁੰਦਾ ਰਿਹਾ? ਜਗਦੀਸ਼ ਜੀ, ਤੁਹਾਡਾ ਬੜਾ ਵੈਲਿਡ ਸਵਾਲ ਹੈ। ਮੈਂ ਇਹਨਾਂ ਪੋਲੀਟੀਕਲ ਪਾਰਟੀਆਂ ਦੇ ਆਗੂ ਨੂੰ ਦੇਖ ਰਿਹਾ, ਜਿਵੇਂ ਕੇਜਰੀਵਾਲ ਸਾਹਿਬ ਨੇ ਐਲਾਨ ਕੀਤਾ ਕਿ 18 ਸਾਲ ਦੇ ਉੱਪਰ ਔਰਤਾਂ ਨੂੰ ਅਸੀਂ ਹਰ ਮਹੀਨੇ 1000 ਰੁਪਏ ਦੇਵਾਂਗੇ। ਤੁਸੀਂ ਕਿਹੜਾ ਇਮੇਜ ਬਣਾ ਰਹੇ ਹੋ ਸਾਡੇ ਪੰਜਾਬ ਦਾ? ਇਹ ਜਿਹੜੀ ਕੌਮ ਆ ਨਾ, ਇਹਨਾਂ ਨੇ ਆਜ਼ਾਦੀ ਦਵਾਈ ਹੈ। ਜਦੋਂ ਵੀ ਦੇਸ਼ ਤੇ ਸੰਕਟ ਆਇਆ ਨਾ ਤੇ ਇਸ ਕੌਮ ਨੇ ਮੂਹਰੇ ਹੋ ਕੇ ਲੜਾਈ ਲੜੀ ਆ। ਸਾਨੂੰ ਲੋਕਾਂ ਨੂੰ ਮੁਤਾਜ ਬਣਾਉਣ ਵਾਲੀ ਰਾਜਨੀਤੀ ਕਰ ਰਿਹਾ। ਅਸੀਂ ਤਾਂ ਆਪਣੇ ਪੈਰਾਂ ਤੇ ਖੜੇ ਹੋਣਾ ਚਾਹੁੰਦੇ ਆ। ਤੁਸੀਂ ਦੱਸੋ ਤੁਹਾਡੇ ਕੋਲ ਪਾਲਿਸੀਜ਼ ਕੀ ਆ? ਤੁਸੀਂ ਰੋਜ਼ਗਾਰ ਦੇ ਸਾਧਨ ਕਿਵੇਂ ਪੈਦਾ ਕਰੋਗੇ? ਜਿਹੜੀਆਂ ਔਰਤਾਂ ਨੂੰ ਸੁਰੱਖਿਆ ਪ੍ਰੋਵਾਈਡ ਕਰਨੀ ਉਹ ਕਿਵੇਂ ਕਰੋਗੇ? ਸਾਨੂੰ ਤਾਂ ਨੀਤੀਆਂ ਬਾਰੇ ਜਾਣਕਾਰੀ ਦਿਓ। ਸਾਨੂੰ ਮੁਫਤਖੋਰੀ ਲਈ ਰਾਜਨੀਤੀ ਨਹੀਂ ਚਾਹੀਦੀ। ਇਹਨਾਂ ਨੇ ਤਾਂ ਮੈਨੂੰ ਲੱਗਦਾ ਜਾਂ ਤਾਂ ਪੰਜਾਬ ਦਾ ਇਤਿਹਾਸ ਨਹੀਂ ਪੜ੍ਹਿਆ ਜਾਂ ਇਹਨਾਂ ਨੂੰ ਪੰਜਾਬੀਆਂ ਬਾਰੇ ਨਹੀਂ ਪਤਾ। ਇਹ ਕੌਮ ਤਾਂ ਦੂਜਿਆਂ ਨੂੰ ਹੱਕ ਦਿਵਾਉਣ ਲਈ ਕੁਰਬਾਨ ਹੋ ਜਾਂਦੀ ਹੈ। ਹੁਣ ਤਾਂ ਆਪਣੇ ਹੱਕਾਂ ਦੀ ਗੱਲ ਆ ਗਈ। ਤੁਸੀਂ ਨਾਲੇ ਜਿਹੜੇ ਆ ਵਾਅਦੇ ਕਰ ਰਹੇ ਹੋ ਨਾ, ਸ਼ਗੂਫੇ ਛੱਡ ਰਹੇ, ਇਹ ਸ਼ਗੂਫੇ ਵਾਲੀ ਰਾਜਨੀਤੀ ਅਸੀਂ ਪੰਜਾਬ 'ਚ ਹੁਣ ਹੋਣ ਨਹੀਂ ਦੇਣੀ। ਹੱਕ ਦੀ ਰਾਜਨੀਤੀ ਚੱਲੂਗੀ, ਰੋਡ ਮੈਪ ਵਾਲੀ ਰਾਜਨੀਤੀ ਚੱਲੂਗੀ, ਨੀਤੀ ਵਾਲੀ ਰਾਜਨੀਤੀ ਚੱਲੂਗੀ। ਨਵਜੋਤ ਸਿੰਘ ਸਿੱਧੂ ਦੇ ਟਵੀਟ ਦੀ ਗੱਲ ਕਰ ਲੈਂਦੇ ਹਾਂ। ਅੱਜ ਇੱਕ ਤੋਂ ਬਾਅਦ ਇੱਕ ਨਵਜੋਤ ਸਿੰਘ ਸਿੱਧੂ ਸਾਹਿਬ ਨੇ ਕਈ ਟਵੀਟ ਕੀਤੇ, ਖਾਸ ਤੌਰ ਤੇ ਕੇਜਰੀਵਾਲ ਹੋਣਾ ਵੱਲੋਂ ਜਿਹੜੇ ਦਾਅਵੇ ਕੀਤੇ ਜਾ ਰਹੇ ਔਰਤਾਂ ਦੇ ਸਸ਼ਕਤੀਕਰਨ ਦੇ, 1000 ਰੁਪਇਆ ਕਹਿੰਦੇ ਸਾਰੀਆਂ ਔਰਤਾਂ ਨੂੰ ਦੇਵਾਂਗੇ ਜਿਹੜੀਆਂ 18 ਸਾਲ ਤੋਂ ਉੱਪਰ ਨੇ ਪੰਜਾਬ ਦੇ ਵਿੱਚ। ਸੋ ਉਹਨੂੰ ਲੈ ਕੇ ਸਵਾਲ ਕੀਤੇ ਨੇ ਸਿੱਧੂ ਸਾਹਿਬ ਨੇ ਕਿ ਪਹਿਲਾਂ ਦਿੱਲੀ ਦੇ ਵਿੱਚ ਤਾਂ ਔਰਤਾਂ ਨੂੰ ਤੁਸੀਂ 1000 ਰੁਪਇਆ ਦੇ ਦਿਓ ਜਾਂ ਉਹਨਾਂ ਦੀ ਸਹੂਲਤ ਦੇ ਲਈ ਕੋਈ ਕੰਮ ਕਰ ਲਓ। ਦਿੱਲੀ ਦੀ ਕੈਬਨਿਟ ਤੇ ਸਵਾਲ ਕੀਤੇ ਨੇ ਵੀ ਤੁਹਾਡੀ ਕੈਬਨਿਟ ਦੇ ਵਿੱਚ ਕਿੰਨੀਆਂ ਮਹਿਲਾਵਾਂ ਨੇ, ਇਸ ਗੱਲ ਦਾ ਵੀ ਜਵਾਬ ਦਿਓ। ਤੇ ਤੁਸੀਂ ਜਿਹੜੇ ਵਾਅਦੇ 2015 ਦੇ ਵਿੱਚ ਕੀਤੇ ਸੀ, ਕੀ ਉਹ ਵਾਅਦੇ ਪੂਰੇ ਕੀਤੇ? 8 ਲੱਖ ਨੌਕਰੀ ਦੀ ਗੱਲ ਕੀਤੀ ਸੀ, ਅਧਿਆਪਕਾਂ ਦੀ ਭਰਤੀ ਦੀ ਗੱਲ ਕੀਤੀ ਸੀ, ਹੋਰ ਬੜੇ ਵੱਡੇ ਵੱਡੇ ਵਾਅਦੇ, 20 ਕਾਲਜ ਬਣਾਉਣ ਦੇ ਵਾਅਦੇ ਕੀਤੇ ਸੀ ਦਿੱਲੀ 'ਚ। ਉਹ ਸਾਰੇ ਸਵਾਲ ਅੱਜ ਸਿੱਧੂ ਸਾਹਿਬ ਨੇ ਕੇਜਰੀਵਾਲ ਤੋਂ ਪੁੱਛੇ ਨੇ। ਕਿਵੇਂ ਦੇਖਦੇ ਹੋ ਸਿੱਧੂ ਸਾਹਿਬ ਦੇ ਇਹਨਾਂ ਟਵੀਟਸ ਨੂੰ? ਸਿੱਧੂ ਸਾਹਿਬ ਨੇ ਨਾ ਆਪਣੀ ਟਵੀਟ 'ਚ ਇੱਕ ਲਾਈਨਾਂ ਲਿਖੀ ਹੈ ਜਿਹੜੀ ਕਿ ਕੇਜਰੀਵਾਲ ਸਾਹਿਬ ਤੇ ਪੂਰੀ ਢੁਕਦੀ ਹੈ ਕਿ ਜਿਨਕੇ ਘਰ ਸ਼ੀਸ਼ੇ ਕੇ ਉੱਤੇ ਹੈ ਨਾ ਉਹ ਦੂਸਰੋਂ ਕੇ ਘਰ ਪੇ ਪੱਥਰ ਨਹੀਂ ਮਾਰਤੇ। ਇਹ ਕੇਜਰੀਵਾਲ ਸਾਹਿਬ ਨੂੰ ਕਲੈਰੀਫਾਈ ਕਰਨਾ ਚਾਹੀਦਾ ਕਿ ਤੁਹਾਡੇ ਮੰਤਰੀ ਮੰਡਲ 'ਚ ਕੋਈ ਔਰਤ ਹੈਗੀ ਹੈ ਮੰਤਰੀ? ਦੱਸੋ। ਤੁਸੀਂ ਜਿਹੜਾ ਇੱਥੇ ਐਲਾਨ ਕਰਕੇ ਗਏ ਹੋ, ਸ਼ਗੂਫਾ ਛੱਡ ਕੇ ਗਏ ਹੋ 1000 ਰੁਪਏ ਮਹੀਨੇ ਵਾਲਾ ਕਿ ਤੁਸੀਂ ਦਿੱਲੀ 'ਚ ਦੇ ਰਹੇ ਹੋ। ਅਸੀਂ ਤਾਂ ਵੈਸੇ ਇਸ ਚੀਜ਼ 'ਚ ਹੱਕ 'ਚ ਨਹੀਂ ਹੈਗੇ। ਸਾਨੂੰ ਤਾਂ ਇਹ ਦੱਸੋ ਕਿ ਤੁਸੀਂ ਹੱਕ ਕਿਵੇਂ ਦਿਓਗੇ? ਜਿਹੜੀਆਂ ਔਰਤਾਂ ਅੱਜ ਨਿਰਾਸ਼ ਬੈਠੀਆਂ ਨੇ, ਬੇਇਨਸਾਫੀ ਦੀਆਂ ਪੀੜਿਤ ਬਣੀਆਂ ਹੋਈਆਂ, ਤੁਸੀਂ ਉਹਨਾਂ ਨੂੰ ਹੱਕ ਕਿਵੇਂ ਦੇਣੇ ਉਹਦੇ ਬਾਰੇ ਤਾਂ ਦੱਸੋ। ਕਿਉਂ ਤੁਸੀਂ ਸਾਨੂੰ ਮੁਤਾਜ ਬਣਾਉਣ ਤੇ ਲੱਗੇ ਹੋਏ ਹੋ? ਤੁਸੀਂ ਪਿਛਲੇ ਸਵਾਲ 'ਚ ਪੁੱਛਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਕਿਹਾ ਕਿ ਅਸੀਂ 10 ਲੱਖ ਦਾ ਲੋਨ ਦੇਵਾਂਗੇ ਕਿ ਜਿਹੜੇ ਨੌਜਵਾਨਾਂ ਨੇ ਬਾਹਰ ਜਾ ਕੇ ਪੜ੍ਹਨਾ। ਮਤਲਬ ਇਹਨਾਂ ਦੀ ਮਨਸ਼ਾ ਕਲੀਅਰ ਹੋ ਗਈ ਨਾ। ਇਹ ਆਪ ਚਾਹੁੰਦੇ ਨੇ ਕਿ ਨੌਜਵਾਨ ਇਸ ਧਰਤੀ ਤੇ ਨਾ ਰਵੇ, ਇੱਥੇ ਰਹਿ ਕੇ ਨਾ ਸੇਵਾ ਕਰੇ। ਤਾਂ ਹੀ ਕਹਿੰਦੇ ਅਸੀਂ 10 ਲੱਖ ਦਾ ਲੋਨ ਦੇਵਾਂਗੇ ਤੇ ਉਹਦੇ 'ਚ ਅਸੀਂ ਮਤਲਬ ਇੰਟਰਸਟ ਨਹੀਂ ਲਵਾਂਗੇ ਨੌਜਵਾਨ ਬੱਚਿਆਂ ਤੋਂ। ਤੁਸੀਂ ਕੀ ਚਾਹੁੰਦੇ ਹੋ ਕਿ ਨੌਜਵਾਨ ਸੂਬਾ ਛੱਡ ਕੇ ਚੱਲ ਜੇ, ਬਜ਼ੁਰਗਾਂ ਦਾ ਇਹ ਰਹਿ ਜੇ ਮਤਲਬ ਪੰਜਾਬ? ਇਹ ਅਸੀਂ ਖੁਸ਼ਹਾਲ ਪੰਜਾਬ ਬਣਾਉਣਾ ਤੇ ਇਹਦੇ 'ਚ ਸਾਰੇ ਵਰਗਾਂ ਦਾ ਲੋਕਾਂ ਦਾ ਪਾਰਟਿਸਿਪੇਸ਼ਨ ਚਾਹੀਦਾ ਤੇ ਨੌਜਵਾਨ ਮੂਹਰੇ ਹੋ ਕੇ ਲੜਾਈ ਲੜੂਗਾ। ਇਹਨਾਂ ਸਾਰੀ ਪੋਲੀਟੀਕਲ ਪਾਰਟੀਆਂ ਨੂੰ ਸ਼ੀਸ਼ਾ ਦਿਖਾਊਗਾ। ਜਿਹੜੀ ਆ ਮੁਫਤਖੋਰੀ ਵਾਲੀ ਰਾਜਨੀਤੀ ਕਰ ਰਹੇ ਆ ਨਾ, ਆ ਜਿਹੜੀ ਮੁਤਾਜ ਬਣਾਉਣ ਵਾਲੀ ਕਰ ਰਹੇ, ਅਸੀਂ ਕਰਨ ਨਹੀਂ ਦੇਣੀ। ਕੇਜਰੀਵਾਲ ਸਾਹਿਬ ਨੇ ਆਪਣੇ ਵਾਅਦੇ ਪੂਰੇ ਕੀਤੇ। ਜਿਹੜੇ 8 ਲੱਖ ਕਹਿੰਦੇ ਸੀ ਨੌਕਰੀਆਂ ਦੇਵਾਂਗੇ, ਦਿੱਤੀਆਂ ਇਹਨਾਂ ਨੇ। ਇਹ ਜਿਹੜੇ ਕਹਿੰਦੇ ਸੀ ਅਸੀਂ 20 ਨਵੇਂ ਕਾਲਜ ਖੋਲਾਂਗੇ, ਦਿੱਤੇ, ਖੋਲੇ ਨਵੇਂ ਕਾਲਜ। ਆਪ ਤਾਂ ਇਹਨਾਂ ਨੇ ਵਾਅਦੇ ਨਹੀਂ ਪੂਰੇ ਕੀਤੇ ਤੇ ਆ ਹੁਣ ਪੰਜਾਬ 'ਚ ਆ ਕੇ ਤੁਸੀਂ ਵੱਡੇ ਵੱਡੇ ਐਲਾਨ ਕਰ ਰਹੇ ਹੋ। ਨਾਲੇ ਕੇਜਰੀਵਾਲ ਸਾਹਿਬ ਨੂੰ ਬੇਨਤੀ ਹੈ, ਪਹਿਲੇ ਪੰਜਾਬੀਆਂ ਤੇ ਭਰੋਸਾ ਕਰਨਾ ਸਿੱਖੋ। ਆਮ ਆਦਮੀ ਪਾਰਟੀ ਦਾ ਬੂਟਾ ਕਿੰਨੇ ਲਗਾਇਆ? ਪੰਜਾਬ ਨੇ 2014 'ਚ 4 ਸੀਟਾਂ ਦੇ ਕੇ ਐਮਪੀ ਦੀਆਂ, ਪਰ ਇੱਕ ਵੀ ਰਾਜ ਸਭਾ ਦਾ ਮੈਂਬਰ ਪੰਜਾਬੀ ਨਹੀਂ ਭੇਜਿਆ। ਕਿਉਂ? ਹੁਣ ਵੀ ਜਦੋਂ ਪੰਜਾਬ ਦੇ ਇਸ਼ੂ ਚੱਕਣੇ ਆ, ਦਿੱਲੀ ਆ ਕੇ ਬੰਦੇ ਇਸ਼ੂ ਚੱਕਦੇ ਆ। ਕਿਉਂ? ਪੰਜਾਬ ਦੀ ਲੀਡਰਸ਼ਿਪ 'ਚ ਕਾਬਲੀਅਤ ਨਹੀਂ। ਇਹ ਕਲੈਰੀਫਾਈ ਕਰਨ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਕਿ ਅਸੀਂ ਪੰਜਾਬ ਦੀ ਲੀਡਰਸ਼ਿਪ ਨੂੰ ਪ੍ਰਮੋਟ ਨਹੀਂ ਕਰਨਾ ਚਾਹੁੰਦੇ ਜਾਂ ਪੰਜਾਬ ਦੀ ਲੀਡਰਸ਼ਿਪ ਨੂੰ ਯੋਗ ਨਹੀਂ ਸਮਝਦੇ, ਜਿਹਦੇ ਕਰਕੇ ਮਿੰਟ ਬਾਅਦ ਇਹਨਾਂ ਦਾ ਐਲਾਨ ਆਊਗਾ ਇੱਕ ਮੌਕਾ ਕੇਜਰੀਵਾਲ ਨੂੰ, ਕਦੇ ਰਾਘਵ ਚੱਡਾ ਆ ਰਿਹਾ। ਕਿਉਂ? ਪੰਜਾਬ ਦੀ ਲੀਡਰਸ਼ਿਪ 'ਚ ਕਮੀ ਹੈ। ਦੱਸਣ ਪਹਿਲਾਂ ਇਹਨਾਂ ਨੂੰ ਕਹੋ ਆਪਣੀ ਪਾਰਟੀ ਦਾ ਕਿਰਦਾਰ ਬਣਾਓ। ਜਿਹੜਾ ਤੁਸੀਂ ਸਵਰਾਜ ਮਾਡਲ ਦੀਆਂ ਗੱਲਾਂ ਕਰਦੇ ਸੀ ਨਾ ਪਹਿਲੇ, ਉਹਦੇ ਤੇ ਪੈਰਾ ਦਿਓ। ਤੁਸੀਂ ਤਾਂ ਦੂਜੀ ਪਾਰਟੀਆਂ ਦੇ ਲੀਡਰਾਂ ਨੂੰ ਲੈ ਕੇ ਉੱਪਰ ਥੋਪੀ ਜਾਂਦੇ ਹੋ। ਵਰਕਰ ਦੀ ਤਾਂ ਆਵਾਜ਼ ਸੁਣ ਲਓ। ਅੱਜ ਸਾਰਾ ਵਰਕਰ ਤਾਂ ਇਹਨਾਂ ਦਾ ਆਪਣਾ ਨਿਰਾਸ਼ ਪਿਆ। ਉਹ ਕਹਿੰਦੇ ਦੂਜੀ ਪਾਰਟੀਆਂ ਦਾ ਗੰਦ ਇਕੱਠਾ ਕਰੀ ਜਾਂਦੇ ਆ, ਸਾਨੂੰ ਦਰਕਿਨਾਰ ਕਰਤਾ। ਇਹ ਤਾਂ ਪਹਿਲੇ ਆਪਣੀ ਪਾਰਟੀ ਨੂੰ ਸੰਭਾਲਣ ਕੇਜਰੀਵਾਲ ਸਾਹਿਬ। ਮੌਜੂਦਾ ਸਿਆਸੀ ਜੋੜ ਤੋੜ ਤੇ ਗੱਲਬਾਤ ਕਰ ਲੈਂਦੇ ਹਾਂ। 2022 ਦੀਆਂ ਵਿਧਾਨ ਸਭਾ ਚੋਣਾਂ ਹੁਣ ਨਜ਼ਦੀਕ ਨੇ, ਸੋ ਸਿਆਸੀ ਜੋੜ ਤੋੜ ਵੀ ਕੀਤੇ ਜਾ ਰਹੇ ਆ ਪੰਜਾਬ ਦੇ ਵਿੱਚ। ਕੈਪਟਨ ਸਾਹਿਬ ਦੀ ਗੱਲ ਕਰਦੇ ਹਾਂ, ਬੀਜੇਪੀ ਦੇ ਨਾਲ ਸਮਝੌਤਾ ਕਰਨ ਦੇ ਲਈ ਕਦੀ
ਹਰਿਆਣਾ ਦੇ ਮੁੱਖ ਮੰਤਰੀ ਨਾਲ ਮਿਲਦੇ ਨੇ ਤੇ ਹੁਣ ਉਹਨਾਂ ਨੇ ਕਿਹਾ ਹੈ ਕਿ ਬੀਜੇਪੀ ਦੇ ਜਿਹੜੇ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਾ ਸਕਦੀ ਹੈ। ਦੂਜੇ ਪਾਸੇ ਚਰਨਜੀਤ ਚੰਨੀ ਜਿਹੜੇ ਨੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ, ਉਹ ਵੀ ਲਗਾਤਾਰ ਵਾਅਦੇ ਕਰ ਰਹੇ ਨੇ, ਲਗਾਤਾਰ ਵੱਡੇ ਵੱਡੇ ਐਲਾਨ ਕਰ ਰਹੇ ਨੇ। ਸੋ ਕਿਵੇਂ ਦੇਖਦੇ ਹੋ, ਇੱਕ ਪਾਸੇ ਤਾਂ ਸੂਬੇ ਦਾ ਮੁੱਖ ਮੰਤਰੀ ਲਗਾਤਾਰ ਵੱਡੇ ਵੱਡੇ ਐਲਾਨ ਕਰ ਰਿਹਾ ਤੇ ਦੂਜੇ ਪਾਸੇ ਜਿਹੜਾ ਮੁੱਖ ਮੰਤਰੀ ਲਾਤਾ ਗੱਦੀ ਤੋਂ ਉਹ ਬੀਜੇਪੀ ਦੇ ਨਾਲ ਸਮਝੌਤੇ ਕਰਨ ਦੀ ਰਾਜਨੀਤੀ ਤੇ ਆ ਗਏ ਨੇ। ਸੋ ਇਸ ਕਿਸਮ ਦੀ ਸਿਆਸਤ ਨੂੰ ਕਿਵੇਂ ਦੇਖਦੇ ਹੋ? ਬੀਜੇਪੀ ਦਾ ਜੇ ਸਮਝੌਤਾ ਹੋ ਜਾਂਦਾ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਤਾਂ ਕਿਸ ਤਰ੍ਹਾਂ ਦੇ ਸਿਆਸੀ ਸਮੀਕਰਨ ਰਹਿ ਸਕਦੇ ਨੇ? ਦੇਖੋ ਜਗਦੀਸ਼ ਜੀ, ਹੁਣ ਨਾ ਲੋਕ ਬੜੇ ਜਾਗਰੂਕ ਹੋ ਚੁੱਕੇ ਆ। ਹੁਣ ਲੋਕਾਂ ਨੂੰ ਪਤਾ ਕਿ ਕਿਹੜਾ ਲੀਡਰ ਸਾਡੇ ਭਵਿੱਖ ਲਈ ਲੜ ਰਿਹਾ ਤੇ ਕਿਹੜਾ ਲੀਡਰ ਕੁਰਸੀ ਲਈ ਲੜ ਰਿਹਾ। ਸਿੱਧੂ ਸਾਹਿਬ ਦੀ ਜਿਹੜੀ ਪਾਲਿਸੀਜ਼ ਹੈ ਨਾ, ਉਹ ਅਗਲੀ ਜਨਰੇਸ਼ਨ ਲਈ ਹੈ ਕਿ ਅਸੀਂ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਕਿਵੇਂ ਬਚਾਉਣਾ। ਜਿਹੜੇ ਬਾਕੀ ਲੀਡਰ ਹੈ ਨਾ, ਇਹਨਾਂ ਦੀ ਨੀਤੀ ਬਸ ਇੱਥੇ ਖਤਮ ਹੋ ਜਾਂਦੀ ਹੈ ਕਿ ਅਸੀਂ ਕੁਰਸੀ ਨੂੰ ਕਿਵੇਂ ਲੈਣੀ ਹੈ, ਸੱਤਾ ਕਿਵੇਂ ਲੈਣੀ ਹੈ। ਤੇ ਅਸੀਂ ਉਸ ਬੰਦੇ ਨਾਲ ਜੁੜਾਂਗੇ, ਉਸ ਲੀਡਰ ਨਾਲ ਜੁੜਾਂਗੇ ਜਿਹੜਾ ਅਗਲੀ ਜਨਰੇਸ਼ਨ ਲਈ ਪਰਵਾਹ ਕਰ ਰਿਹਾ। ਅੱਜ ਪੰਜਾਬ ਦੇ ਇਸ਼ੂਜ਼ ਦੇਖੋ, ਪੰਜਾਬ ਦਾ ਜਿਹੜਾ ਹੇਠਲਾ ਪਾਣੀ ਆ ਲਗਭਗ 250 ਫੁੱਟ ਥੱਲੇ ਜਾ ਚੁੱਕਾ ਪਾਣੀ। 2 ਸਾਲ ਪਹਿਲਾਂ ਨਾਸਾ ਨੇ ਇੱਕ ਰਿਪੋਰਟ ਜਾਰੀ ਕੀਤੀ ਸੀ ਜਿਹਦੇ 'ਚ ਉਹਨਾਂ ਨੇ ਪੰਜਾਬ ਨੂੰ ਰੈੱਡ ਜ਼ੋਨ 'ਚ ਰੱਖਿਆ। ਇਹਨਾਂ ਜਿਹੜੇ ਅਕਾਲੀ ਦਲ ਹੈ, ਜਿਹੜੇ ਝਾੜੂ ਪਾਰਟੀ ਹੈ, ਕਿ ਇਹਨਾਂ ਕੋਲ ਕੋਈ ਹੈ ਮਾਡਲ ਕਿ ਅਸੀਂ ਇਹ ਜਿਹੜਾ ਪਾਣੀ, ਜਿਹੜਾ ਸਾਡਾ ਹੇਠਲਾ ਪਾਣੀ ਬਹੁਤ ਨੀਵੇਂ ਪੱਧਰ ਤੇ ਜਾ ਰਿਹਾ, ਉਹਨੂੰ ਬਚਾਉਣਾ ਕਿਵੇਂ ਹੈ? ਤੁਹਾਡੇ ਕੋਲ ਡਾਇਵਰਸੀਫਿਕੇਸ਼ਨ ਵਾਲਾ ਮਾਡਲ ਕੀ ਹੈ? ਅਸੀਂ ਆਪਣੀ ਖੇਤੀ ਨੂੰ ਬਚਾਉਣਾ ਕਿਵੇਂ ਹੈ ਇਹਨਾਂ ਕੋਲ? ਸਿਰਫ ਸਿੱਧੂ ਸਾਹਿਬ ਮਾਡਲ ਲੈ ਕੇ ਆ ਰਿਹਾ। ਸਿੱਧੂ ਸਾਹਿਬ ਨੂੰ ਚਿੰਤਾ ਹੈ ਕਿ ਅਸੀਂ ਆਪਣੀ ਖੇਤੀ ਨੂੰ ਕਿਵੇਂ ਬਚਾਉਣਾ ਹੈ, ਨੌਜਵਾਨੀ ਨੂੰ ਕਿਵੇਂ ਬਚਾਉਣਾ ਹੈ, ਔਰਤਾਂ ਤੇ ਜਿਹੜਾ ਵੱਧ ਰਿਹਾ ਅਤਿਆਚਾਰ ਉਹ ਕਿਵੇਂ ਰੋਕਣਾ ਹੈ। ਉਹ ਸਿੱਧੂ ਸਾਹਿਬ ਨੇ ਸਾਰੀ ਪਾਲਿਸੀਜ਼ ਤਿਆਰ ਕੀਤੀ ਹੋਈ ਹੈ। ਉਹਨਾਂ ਨੇ ਤੇਲੰਗਾਨਾ ਮਾਈਨਿੰਗ ਪਾਲਿਸੀ ਦੀ ਗੱਲ ਕੀਤੀ, ਜਿਵੇਂ ਤਾਮਿਲਨਾਡੂ 'ਚ ਐਕਸਾਈਜ਼ ਦਾ ਕਾਰਪੋਰੇਸ਼ਨ ਬਣਾਈ ਹੋਈ ਹੈ ਨਾ, ਸ਼ਰਾਬ ਨੂੰ ਐਕਸਾਈਜ਼ ਕਿਵੇਂ ਲੈਣਾ ਉਹਦੀ ਗੱਲ ਕਰ ਰਹੇ ਆ। ਸਿੱਧੂ ਸਾਹਿਬ ਤਾਂ ਭਵਿੱਖ ਦੀ ਗੱਲ ਕਰ ਰਹੇ ਕਿ ਅਸੀਂ ਰੈਵਨਿਊ ਜਨਰੇਟ ਕਿਵੇਂ ਕਰ ਸਕਦੇ ਹਾਂ, ਵੱਧ ਤੋਂ ਵੱਧ ਜਨਰੇਟ। ਇਹ ਕਿਉਂ ਨਹੀਂ ਕਰਦੇ? ਇਹ ਕਰਨ ਨਾ ਲੜਾਈ, ਨੀਤੀ ਵਰਸਸ ਨੀਤੀ ਕਰਨ ਲੜਾਈ, ਹੱਲ ਵਰਸਸ ਹੱਲ ਕਰਨ। ਜਿਹੜੇ ਪੰਜਾਬ ਦੇ ਮੁੱਦੇ ਨੇ ਅਸੀਂ ਦੱਸਾਂਗੇ, ਤੁਸੀਂ ਦੱਸੋ ਤੁਹਾਡੇ ਕੋਲ ਹੱਲ ਕੀ ਆ। ਸਾਰੀ ਪੋਲੀਟੀਕਲ ਪਾਰਟੀਜ਼ ਨੂੰ ਬੇਨਤੀ ਆ, ਆਪਣੇ ਹੱਲ ਦੱਸੋ, ਰੋਡ ਮੈਪ ਦੱਸੋ, ਅਸੀਂ ਲੈ ਕੇ ਆਵਾਂਗੇ ਮੈਦਾਨ 'ਚ ਇਹਨਾਂ ਨੂੰ। ਸੋ ਸਾਡੇ ਨਾਲ ਮੌਜੂਦ ਸੀ ਪ੍ਰੋਫੈਸਰ ਕੋਮਲ ਗੁਰਨੂਰ, ਮੌਜੂਦਾ ਸਿਆਸੀ ਸਮੀਕਰਨਾਂ ਦੇ ਉੱਪਰ ਉਹਨਾਂ ਨੇ ਆਪਣੀ ਰਾਏ ਰੱਖੀ ਹੈ। ਸੋ ਅੱਜ ਦਾ ਇਹ ਲਾਈਵ ਹੁਣ ਇੱਥੇ ਹੀ ਖਤਮ ਕਰਦੇ ਹਾਂ। ਬਹੁਤ ਬਹੁਤ ਧੰਨਵਾਦ।